ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜਹ ਕਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸਵੇ ਚਸਿਆਂ ਕੜੀਆਂ ਪਹਿਰਾਂ। ਥਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਸੋਹਿਲੇ ਸਾਹਿਬ ਜੀ ਦਾ ਦੂਸਰਾ ਸ਼ਬਦ ਸਰਵਣ ਕੀਤਾ ਹੈ। We have just listened to the second shabad that we read when we do ਸੋਹਿਲੇ ਸਾਹਿਬ ਜੀ ਦਾ ਪਾਠ. So let us try to understand what Guru Pasha is explaining to us in this shabad. ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਤੇ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ। ਹੁਣ ਗੁਰੂ ਪਾਤਸ਼ਾਹ is saying with that person who fulfills his responsibilities, ਜੈ ਘਰ ਕਰਤੇ ਕੀਰਤ ਹੋਏ। Karta means God. Kirti means God's praises. What is God? God is the system of nature. What is God's praises? Bringing virtues, bringing wisdom, and fulfilling your responsibilities in life. But when our pracharaks translate these ਪੰਕਤੀਆਂ, ਸਾਡੇ ਪ੍ਰਚਾਰਕ ਜਦੋਂ ਇਹਨਾਂ ਸ਼ਬਦਾਂ ਦੇ ਅਰਥ ਕਰਦੇ ਆ ਤਾਂ ਇਦਾਂ ਹੀ ਕਰਦੇ ਆ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਵੀ ਹੇ ਭਾਈ, ਜਿਸ ਹਿਰਦੇ ਵਿੱਚ ਕਰਤੇ ਦੀ ਸਿਫਤ ਸਲਾਹ ਹੁੰਦੀ ਹੋਵੇ, ਸਿਫਤ ਸਲਾਹ ਤੋਂ ਭਾਵ ਕਰਤੇ ਦੇ ਗੁਣ ਜਦੋਂ ਤੁਸੀਂ ਘਰ ਧਾਰਨ ਕਰਦੇ ਹੋ, ਫਿਰ ਕੀ ਹੁੰਦਾ ਜੀ? ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ। ਵੀ ਉਹ ਹਿਰਦਾ ਫਿਰ ਸ਼ੁੱਧ ਹੋ ਜਾਂਦਾ ਹੈ, ਉਹ ਹਿਰਦਾ ਫਿਰ ਪਵਿੱਤਰ ਹੋ ਜਾਂਦਾ ਹੈ, ਉਹ ਹਿਰਦਾ ਫਿਰ ਵਡਿਆਈ ਦਾ ਪਾਤਰ ਬਣ ਜਾਂਦਾ ਹੈ, ਉਹ ਬੰਦਾ ਵਡਿਆਈ ਦਾ ਪਾਤਰ ਬਣ ਜਾਂਦਾ ਹੈ। With those people who bring God's virtues into their life, this is how our pracharaks translate these ਪੰਕਤੀਆਂ. With those people who bring God's virtues into their life, what happens? They are the ones who are worthy of praise in this world. ਤੇ ਫਿਰ ਵੀ ਇੱਕ ਸਵਾਲ ਖੜਾ ਹੋ ਜਾਂਦਾ, ਯਾਰ ਵੀ ਜਿਹਨੇ ਰੱਬ ਨੂੰ ਦੇਖਿਆ ਹੀ ਨਹੀਂ ਕਦੇ। ਗੁਰਬਾਣੀ ਇੱਕ ਪਾਸੇ ਕਹਿੰਦੀ ਹੈ ਵੀ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ। On one hand, Gurbani says that God is invisible, no one can see God. And on the other hand, our pracharaks say we bring God's virtues into their life. So if you have not seen something, if you have not seen God, how could you have seen God's virtues? ਵੀ ਜੇ ਕਿਸੇ ਨੇ ਰੱਬ ਨੂੰ ਦੇਖਿਆ ਨਹੀਂ ਕਦੇ, ਰੱਬ ਦੇ ਗੁਣ ਕਿੱਥੋਂ ਦੇਖ ਲਏ? ਫਿਰ ਕਹਿਣਗੇ ਜੀ ਕੁਦਰਤ ਵਿੱਚੋਂ ਦੇਖੇ। then they will say we know you can see God's virtues in nature. ਫਿਰ ਇਹ ਕਿਉਂ ਨਹੀਂ ਕਹਿੰਦੇ ਯਾਰ ਵੀ ਕਾਦਰ ਅਤੇ ਕੁਦਰਤ ਵੱਖ ਨਹੀਂ? ਕੁਦਰਤ ਕਾਦਰ ਦਾ ਪਸਾਰਾ ਹੈ, ਕੁਦਰਤ ਉਹਨਾਂ ਨਿਯਮਾਂ ਦਾ ਪਸਾਰਾ ਹੈ। Then why do they not say we nature and God are one in the same entity? Nature is the manifest form of those invisible laws of nature. But no, they know that the moment they say that, everything will stop. Everything will come to an end. ਜਿੰਨਾ ਮਰਜ਼ੀ ਇਹ ਬਾਬਿਆਂ ਦੇ ਖਿਲਾਫ ਬੋਲਦੇ ਆ, ਸਾਧਾ ਸੰਤਾਂ ਦੇ ਖਿਲਾਫ ਬੜਾ ਬੋਲਿਆ ਪੜ੍ਹਿਆ ਲਿਖਿਆ ਪ੍ਰਚਾਰਕਾਂ ਨੇ। We have pracharaks, they talked about babbe, they talked about sadh, they talked about sant, they talked about dere. But they did not talk about the main issue that they should have talked about.
because the rest doesn't matter. The rest comes afterwards. You have to target the root of the problem if you want to come up with a solution. बाकी मैंने नहीं रखदा यार, ਜਦੋਂ ਤੁਸੀਂ ਪੁਜਾਰੀ ਵਾਲੇ ਰੱਬ ਨੂੰ ਹੀ ਥੱਲੇ ਡੇਗ ਦਿੱਤਾ ਤਾਂ ਬਾਬੇ ਸਾਧ ਸੰਤ ਉਹਨਾਂ ਨੇ ਆਪੇ ਥੱਲੇ ਆ ਜਾਣਾ ਸੀ, ਪਰ ਨਹੀਂ, ਇਹਨਾਂ ਨੇ ਬਾਬਿਆਂ ਤੇ ਫੋਕਸ ਕੀਤਾ, ਸਾਧਾਂ ਤੇ ਫੋਕਸ ਕੀਤਾ, ਰੱਬ ਉਹੀ ਰੱਖਿਆ ਪੁਜਾਰੀ ਵਾਲਾ, ਕਿਉਂਕਿ ਪਤਾ ਸੀ ਕਿ ਰੱਬ ਦੇ ਨਾਮ ਤੇ ਹੀ ਸਾਡੀਆਂ ਦੁਕਾਨਾਂ ਚੱਲਦੀਆਂ। ਜਦੋਂ ਇਹ ਕਹੇ ਤਾਂ ਕਾਦਰ ਤੇ ਕੁਦਰਤ ਵੱਖ ਨਹੀਂ, ਰੱਬ ਤੁਹਾਡੇ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਹ ਉਪਦੇਸ਼ ਦਿੰਦੀ ਹੈ ਵੀ ਆਪੇ ਪੇਂਡ ਬਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ gives this message ਵੀ ਸਰਬੇ ਏਕ ਅਨੇਕਾ ਸੁਆਮੀ, ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ gives this message ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾਲ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। Nature and the invisible laws of nature that are controlling everything that we see, they are the same entity. ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਵੀ ਜਿਸ ਹਿਰਦੇ ਦੇ ਵਿੱਚ, ਜਿਸ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਗੁਣ ਧਾਰਨ ਕੀਤੇ, with the one who brings virtues into his or her life. Where are virtues? Virtues are all around us. Look at nature. Nature possesses billions, trillions, countless virtues. ਆਲਾ ਦੁਆਲਾ ਵੇਖੋ ਯਾਰ, ਕੁਦਰਤ ਵੱਲ ਵੇਖੋ, ਕਿਤੇ ਪਾਣੀ ਨੂੰ ਵੇਖੋ, ਸੂਰਜ ਨੂੰ ਵੇਖੋ, ਗੁਣ ਧਾਰਨ ਕਰੋ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਢਾਈ ਤੋਏ। When you bring these virtues into your life, like the air does not discriminate, the sun does not discriminate. When you bring these virtues into your life, what will happen? You will become worthy of praise. People will look at you and say, I want to live a life like he is living. I want to live like she is living. ਦੁਨੀਆ ਦੇ ਲੋਕ ਤੁਹਾਡੇ ਵੱਲ ਵੇਖਣਗੇ ਯਾਰ, ਤੁਹਾਡੀ ਜ਼ਿੰਦਗੀ ਇੱਕ ਐਗਜ਼ਾਮਪਲ ਬਣ ਜਾਵੇਗੀ ਅਗਲਿਆਂ ਲਈ। ਵੀ ਲੋਕੀ ਕਹਿਣਗੇ ਵੀ ਜਿੱਦਾਂ ਉਹਨੇ ਜ਼ਿੰਦਗੀ ਜੀ ਸੀ ਹਨਾ, ਉਦਾਂ ਮੈਂ ਰਹਿਣਾ ਚਾਹੁੰਦਾ ਹਾਂ। ਸ਼ਬਦ ਦੇ ਪਹਿਲੇ ਬੰਦ ਵਿੱਚ ਪਾਤਸ਼ਾਹ ਕਹਿੰਦੇ ਨੇ 6 ਘਰ, 6 ਗੁਰ, 6 ਉਪਦੇਸ਼। There are 6 ਸ਼ਾਸਤਰ, ਹਿੰਦੂ ਗ੍ਰੰਥ। ਕਹਿੰਦੇ ਨੇ 6 ਸ਼ਾਸਤਰ ਆ, ਉਹਨਾਂ ਸ਼ਾਸਤਰਾਂ ਦੇ ਵੱਖ-ਵੱਖ ਲਿਖਾਰੀ ਹਨ। There are 6 different writers and there are 6 different messages contained in those granths. ਨਹੀਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਆਲੇ ਦੁਆਲੇ ਦੇ ਸਮਾਜ ਵੱਲ ਵੇਖੋ, ਆਹੀ ਕੁਝ ਤੁਹਾਨੂੰ ਮਿਲਣਾ ਵੀ 6 ਸ਼ਾਸਤਰ ਹਨ ਇੱਥੇ, 6 ਹੀ ਲਿਖਾਰੀ ਹਨ, ਤਾਂ 6 ਸ਼ਾਸਤਰਾਂ ਦਾ ਉਪਦੇਸ਼ ਆਪਸ ਦੇ ਵਿੱਚ ਮੇਲ ਨਹੀਂ ਖਾਂਦਾ। And the message that is conveyed in these shastras, the message that is conveyed in these religious texts, it does not relate to each other. One shastra will say something else and the other will say something totally different. Why does it not relate? Because gur gur eko ves anek, because the guru, the creator of these shastras is the Brahman, is the pujari. ਕਹਿੰਦੇ ਗੁਰੂ ਇਹਨਾਂ ਦਾ ਤਾਂ ਬ੍ਰਾਹਮਣ ਹੈ, ਗੁਰੂ ਇਹਨਾਂ ਦਾ ਤਾਂ ਪੁਜਾਰੀ ਹੈ। ਗੁਰ ਗੁਰ ਏਕੋ ਵੇਸ ਅਨੇਕ, ਉਹ ਕਿਉਂ ਚਾਹੇ ਵੀ ਸਾਂਝਾ ਉਪਦੇਸ਼ ਦੁਨੀਆ ਨੂੰ ਦਿੱਤਾ ਜਾਵੇ? Why would he want one message to be conveyed to the people? The more messages, the more pakhand, the more money goes into his pocket. ਜਿੱਦਾਂ ਆਪਾਂ ਬਾਣੀ ਵਿੱਚ ਨਹੀਂ ਪੜ੍ਹਦੇ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ। The Brahman, the pujari may be the guru for the rest of the world, ਪਰ ਭਗਤਨ ਕਾ ਗੁਰ ਨਾਹੀਂ। The ones who want to bring forth a revolution, they say they turn their back on the pujari structure. ਭਗਤਨ ਕਾ ਗੁਰ ਨਾਹੀਂ, ਜਿਹੜੇ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ, ਉਹ ਕਹਿੰਦੇ ਨੇ ਨਹੀਂ ਯਾਰ, ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਤੁਹਾਡੇ ਪੁਜਾਰੀ ਵਾਲੇ ਰੱਬ ਨੂੰ ਮੰਨਦੇ, ਅਸੀਂ ਨਹੀਂ ਤੁਹਾਡੇ ਢਾਂਚੇ ਨੂੰ ਮੰਨਦੇ। ਜਿਹੜਾ ਢਾਂਚਾ ਇਹ ਕਹਿੰਦਾ ਹੋਵੇ ਕਿ ਸਾਡੇ ਕੋਲ ਆਓ, ਅਸੀਂ ਤੁਹਾਡੇ ਲਈ ਪਾਠ ਕਰਾਂਗੇ। We do not believe in that structure that says come to us and we will do part for you. Why? We cannot do part for ourselves. Guru Granth Sahib Ji is ours. We will do part. We will understand Gurbani and we will question what you guys are perpetuating. ਕੀ ਗੱਲ ਬਈ, ਕੀ ਸਾਨੂੰ ਪਾਠ ਨਹੀਂ ਕਰਨਾ ਆਉਂਦਾ? ਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਨੇ? ਅਸੀਂ ਵੀ ਗੁਰੂ ਦੇ ਸਿੱਖ ਹਾਂ ਯਾਰ, ਅਸੀਂ ਪੜਾਂਗੇ ਗੁਰਬਾਣੀ, ਅਸੀਂ ਸਮਝਾਂਗੇ ਗੁਰਬਾਣੀ, ਤਾਂ ਅਸੀਂ ਸਵਾਲ ਕਰਾਂਗੇ ਤੁਹਾਡੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਸਮਝਾਉਂਦੀ ਹੈ,
ਤੁਸੀਂ ਕਿਹੜਾ ਪਖੰਡ ਫੜਿਆ ਯਾਰ। कबीर बामण गुरु है जगत का, भगतन का गुरनाहे, अर्ज उर्ज के पच मुआ, चारों बेदो माहे। छे घर, छे गुर, छे उपदेश, गुर गुर एको वेस अनेक। So what should we do, पातशाह? This is so confusing. गुरु पातशाह says, बाबा जय घर करते कीर्त होए, bring those virtues into your life, bring wisdom into your life. सो घर राख बढ़ाई तोय रहाऊ, विस्वें चसियां घड़ियां पहरा, थित्ती वारी मां हुआ। Guru Pasha says all these different seasons, all these different colors that we see, कहते ਵੱਖ-ਵੱਖ ਰੁੱਤਾਂ ਆਉਂਦੀਆਂ ਆ, ਘੜੀਆਂ ਪਹਿਰਾਂ ਮਿੰਟ ਸਕਿੰਟ ਆਉਂਦੇ ਆ। There are different hours, there are hours in the day, there are minutes in an hour, there are seconds in minutes. Right? What is controlling all of this? Suraj ekko, rut anek. From one sun come so many different seasons, come so many different colors. ਕਹਿੰਦੇ ਨੇ ਜਿੱਦਾਂ ਇੱਕੋ ਸੂਰਜ ਤੋਂ ਵੱਖ-ਵੱਖ ਰੁੱਤ ਵੇਖਣ ਨੂੰ ਮਿਲਦੇ ਨਾ, ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਆ। ਕਹਿੰਦੇ ਨੇ ਨਾਨਕ ਵੀ ਹੇ ਨਾਨਕ ਆਖ ਕਰਤੇ ਕਿ ਕੀਤੇ ਵੇਸ। ਇਸੇ ਤਰ੍ਹਾਂ ਕੁਦਰਤ ਦੇ ਨਿਯਮਾਂ ਦਾ ਪਸਾਰਾ, ਇੱਕੋ ਰੱਬ ਤੋਂ ਵੱਖ-ਵੱਖ ਤਰ੍ਹਾਂ ਦੇ ਰੂਪ ਪੈਦਾ ਹੋਏ, ਇੱਕੋ ਸਿਸਟਮ ਤੋਂ, ਇੱਕੋ ਵਿਧਾਨ ਤੋਂ ਵੱਖ-ਵੱਖ ਤਰ੍ਹਾਂ ਦੇ ਰੂਪ ਬਣ ਗਏ। Just like from one sun, there are so many different seasons. There are minutes, there are seconds, there are hours, there are days. From one universal law of nature, all this that we see in front of us came into being. जब आप पढ़ते हैं ना गुरु पंचम पातशाह का शब्द, व्यापे सूर किरण विस्तार, सोई गुप्त सोई आकार, सरगुण निर्गुण थापे नाउ, दोय मिल एको कीनो ठाव, कहो नानक गुर भरम भोग खोया। When I gained wisdom, ਜਦੋਂ ਮੈਂ ਜ਼ਿੰਦਗੀ ਵਿੱਚ ਗਿਆਨ ਲਾਗੂ ਕੀਤਾ, ਕਹੋ ਨਾਨਕ ਗੁਰ ਭਰਮ ਭੋਗ ਖੋਇਆ, ਅਨੰਦ ਰੂਪ ਸਭ ਨੈਣ ਅਲੋਇਆ। ਫਿਰ ਮੈਨੂੰ ਪਤਾ ਲੱਗਾ ਕਿ ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। We are all different forms of that system, of that law of nature, of who Guru Nanak Pasha called God. God is within us. Let us all fulfill our responsibilities. ਇੱਕ ਵਾਰ ਤੁਹਾਨੂੰ ਮੋਟੀਵੇਟ ਨਹੀਂ ਕਰਦੀ ਇਹ ਗੱਲ ਯਾਰ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਉੱਤੇ ਇੰਨਾ ਮਾਣ ਕੀਤਾ, ਸਾਨੂੰ ਆਪਦੇ ਬਰਾਬਰ ਖੜਾ ਕੀਤਾ, ਵੀ ਨਾਨਕ ਕਰਤੇ ਕੇ ਕੀਤੇ ਵੇਸ, ਵੀ ਹਰੇਕ ਇਨਸਾਨ ਦੇ ਵਿੱਚ ਰੱਬ ਵਸਦਾ ਆ ਯਾਰ। ਹਰੇਕ ਇਨਸਾਨ ਦੇ ਵਿੱਚ ਉਹ ਸਿਸਟਮ ਲਾਗੂ ਹੈ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਤੁਹਾਡੇ ਅੰਦਰ ਕੁਦਰਤ ਨੇ ਸ਼ਕਤੀ ਭਰੀ ਆ, ਤੁਸੀਂ ਕਰ ਸਕਦੇ ਹੋ। Doesn't that motivate you guys? We Guru Nanak Pasha thought of us as their equal. We God is within me, don't worry, God is within you as well. You can do whatever you want to. You can have whatever goal you want to in life, and if your mind is set on completing that goal, go out there and achieve it. So ਇਸ ਕਰਕੇ ਆਓ ਆ ਉਪਦੇਸ਼ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਨੂੰ ਦਿੱਤਾ। ਵਾਪਸ ਪਰਤੀਏ, let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily lives so that we may live life full of confidence, a life full of freedom, like our ਪਾਤਸ਼ਾਹ and like our forefathers lived before us. ਆਓ ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡਿਆਂ ਪਾਤਸ਼ਾਹ ਨੇ ਲਏ ਸਨ। ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।